ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵਿਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵੈ, ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਬਿਯੋਗ। ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਨਾਨਕ ਕੋ ਪ੍ਰਭ ਰਾਖ ਲਏ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਬਿਰਾਜਮਾਨ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਹੋਏ ਬੈਠੇ ਸਤਸੰਗੀ ਜਨੋ, ਕੱਤਕ ਮਹੀਨੇ ਦੇ ਵਿੱਚ ਜੋ ਉਪਦੇਸ਼ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤਾ ਹੈ, ਉਸ ਦੀ ਵਿਚਾਰ ਕਰਨੀ ਹੈ। ਤੇ ਗੁਰੂ ਸਾਹਿਬ ਆਪ ਵਿੱਚ ਵਰਤ ਕੇ ਆਪਣੇ ਮੂਲਕ ਬਚਨਾਂ ਦੀ ਵਿਚਾਰ ਕਰਵਾ ਲੈਣ। ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਦਸਮ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਬਖਸ਼ੀ ਫਤਿਹ ਬੁਲਾਵੋ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਤਕ ਮਹੀਨੇ ਦਾ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਕਰਦੇ ਨੇ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕੋਈ ਵੀ ਦੁੱਖ, ਕੋਈ ਵੀ ਤਕਲੀਫ, ਕੋਈ ਵੀ ਵਿਪਤਾ, ਕੋਈ ਵੀ ਪੀੜਾ, ਹੇ ਜੀਵ, ਉਸ ਦੇ ਲਈ ਦੂਸਰੇ ਨੂੰ ਕਦੇ ਭੁੱਲ ਕੇ ਵੀ ਦੋਸ਼ੀ ਨਾ ਠਹਿਰਾਈ। ਇਹ ਤੇਰੇ ਕਰਮਾਂ ਦਾ ਹੀ ਦੋਸ਼ ਹੈ। ਜਿੱਦਾਂ ਦੇ ਕਰਮ ਤੂੰ ਕਰ ਰਿਹਾ, ਤੈਨੂੰ ਉਦਾਂ ਦਾ ਹੀ ਫਲ ਮਿਲੇਗਾ। ਜ਼ਿੰਦਗੀ ਦੇ ਜਿੰਨੇ ਵੀ ਦੁੱਖ ਆਣ, ਤਕਲੀਫਾਂ ਆਣ, ਪੀੜਾ ਆਵੇ, ਇਹ ਸਾਰਾ ਮਨੁੱਖ ਦੇ ਆਪਣੇ ਕੀਤੇ ਹੋਏ ਕਰਮਾਂ ਦਾ ਦੋਸ਼ ਹੈ। ਇਹਦੇ ਵਾਸਤੇ ਕੋਈ ਦੂਜਾ ਦੋਸ਼ੀ ਨਹੀਂ। ਕੱਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਵੀ ਹੇ ਜੀਵ, ਕਿਸੇ ਦੂਜੇ ਨੂੰ ਤੂੰ ਦੋਸ਼ ਨਾ ਦੇਈਂ। ਸਾਡੇ ਦੇਸ਼ ਦੇ ਪ੍ਰਸਿੱਧ ਸੰਤ ਤੇ ਅਵਤਾਰੀ ਪੁਰਸ਼ ਮਹਾਤਮਾ ਬੁੱਧ ਨੇ ਤਾਂ ਕਰਮ ਨੂੰ ਭਗਵਾਨ ਮੰਨਿਆ। ਉਹ ਆਖਦੇ ਨੇ ਕਰਮ ਹੀ ਭਗਵਾਨ ਹੈ, ਕਿਉਂਕਿ ਕਰਮ ਦੇ ਨਾਲ ਹੀ ਨਿਰਵਾਣ ਪਦ ਮਿਲਦਾ ਹੈ। ਕਰਮ ਨੇ ਹੀ ਸੁਖ ਦੇਣਾ ਹੈ ਤੇ ਕਰਮ ਨੇ ਹੀ ਦੁੱਖ ਦੇਣਾ ਹੈ। ਕਰਮ ਨੇ ਹੀ ਮਿਲਾਉਣਾ ਹੈ ਤੇ ਕਰਮ ਨੇ ਹੀ ਵਿਛੋੜਨਾ ਹੈ। ਕਰਮ ਨੇ ਹੀ ਆਨੰਦਿਤ ਕਰਨਾ ਹੈ, ਕਰਮ ਨੇ ਹੀ ਪੀੜਿਤ ਕਰਨਾ ਹੈ। ਕਰਮ ਹੀ ਪਛਾੜੇਗਾ ਤੇ ਕਰਮ ਹੀ ਤਰੱਕੀ ਦੇਵੇਗਾ। ਤੇ ਸਭ ਕੁਝ ਕਰਮਾਂ ਤੇ ਹੀ ਨਿਰਭਰ ਹੈ। ਤਾਂ ਉਹਨਾਂ ਦੀ ਰਸਨਾ ਤੋਂ ਬੋਲ ਨਿਕਲੇ, ਕਰਮ ਹੀ ਭਗਵਾਨ ਹੈ।
ਇਸ ਵਾਸਤੇ ਉਹਨਾਂ ਨੇ ਕਰਮਾਂ ਤੇ ਬਹੁਤ ਜ਼ੋਰ ਦਿੱਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀ। ਜਦ ਆਪਣਾ ਕੀਤਾ ਹੀ ਆਪ ਪਾਉਣਾ ਹੈ ਤਾਂ ਆਪਣੇ ਕਰਮਾਂ ਪ੍ਰਤੀ ਸੁਚੇਤ ਹੋਣਾ ਬੜਾ ਲਾਜ਼ਮੀ ਹੈ, ਬੜਾ ਜ਼ਰੂਰੀ ਹੈ। ਵੇਖਣ ਵਿੱਚ ਆਇਆ ਕਿ ਮਨੁੱਖ ਅਨੇਕ ਥਾਵਾਂ ਤੇ, ਬਹੁਤੀਆਂ ਥਾਵਾਂ ਤੇ ਬੜਾ ਸੁਚੇਤ ਰਹਿੰਦਾ ਹੈ, ਪਰ ਕਰਮਾਂ ਪ੍ਰਤੀ ਸੁਚੇਤ ਨਹੀਂ ਰਹਿੰਦਾ। ਤੇ ਕਰਮ ਵੀ ਤਿੰਨ ਤਰ੍ਹਾਂ ਦੇ ਨੇ, ਸਰੀਰਕ, ਵਾਚਕ ਤੇ ਮਾਨਸਿਕ। ਸਰੀਰ ਨਾਲ ਕੁਝ ਐਸਾ ਕਰਨਾ ਕਿ ਦੂਜੇ ਨੂੰ ਨੁਕਸਾਨ ਪਹੁੰਚੇ, ਤੇ ਮੂੰਹ ਨਾਲ ਕੁਝ ਐਸਾ ਬੋਲਣਾ ਕਿ ਦੂਜੇ ਦਾ ਅਹਿਤ ਹੋਵੇ, ਤੇ ਕੁਝ ਐਸਾ ਸੋਚਣਾ ਜੋ ਦੂਜੇ ਲਈ ਬੁਰਾ ਹੋਵੇ। ਬਸ ਇਹ ਤਿੰਨੇ ਅਸ਼ੁਭ ਕਰਮ ਨੇ। ਭਾਵੇਂ ਮਨੁੱਖ ਬੋਲ ਕੇ ਕਿਸੇ ਨੂੰ ਮਾੜਾ ਕਵੇ, ਤਨ ਦੇ ਨਾਲ ਕਿਸੇ ਨੂੰ, ਸਰੀਰ ਦੇ ਨਾਲ ਕੋਈ ਚੋਟ ਪਹੁੰਚਾਵੇ, ਭਾਵੇਂ ਮਨ ਦੇ ਨਾਲ ਕਿਸੇ ਬਾਰੇ ਮਾੜਾ ਸੋਚੇ, ਇਹ ਸਾਰੇ ਕਰਮਾਂ ਦਾ ਫਲ ਉਸ ਮਨੁੱਖ ਨੂੰ, ਜੀਵ ਨੂੰ ਭੁਗਤਣਾ ਪਵੇਗਾ। ਕਿਉਂਕਿ ਜੇ ਮਨੁੱਖ ਦੇ ਵੱਲੋਂ ਕੀਤਾ ਹੋਇਆ ਕਰਮ ਦੂਜੇ ਲਈ ਦੁਖਦਾਈ ਹੈ, ਦੂਜੇ ਲਈ ਪੀੜਾਦਾਇਕ ਹੈ, ਤੇ ਆਪਣੇ ਲਈ ਲਾਭਦਾਇਕ ਹੈ, ਉਹ ਅਸ਼ੁਭ ਕਰਮ ਹੈ, ਸ਼ੁਭ ਨਹੀਂ ਹੈ। ਕਿਉਂਕਿ ਆਪਣੇ ਲਾਭ ਲਈ ਕੀਤਾ ਹੋਇਆ ਕਰਮ ਦੂਜੇ ਲਈ ਨੁਕਸਾਨਦਾਇਕ ਹੋਵੇ, ਉਹ ਅਸ਼ੁਭ ਹੈ। ਸ਼ੁਭ ਕਰਮ ਤਾਂ ਉਹ ਹੈ ਜੋ ਆਪਣੇ ਲਈ ਵੀ ਲਾਭਦਾਇਕ ਹੋਵੇ ਤੇ ਦੂਜੇ ਲਈ ਵੀ। ਤੇ ਮਨੁੱਖ ਨੂੰ ਜਿੰਨੇ ਵੀ ਦੁੱਖ ਤਕਲੀਫਾਂ ਮਿਲਦੀਆਂ ਨੇ, ਇਹ ਸਾਰੇ ਦੇ ਕਰਮਾਂ ਕਰਕੇ ਹੈ। ਸਾਰੀ ਖੇਡ ਹੀ ਕਰਮਾਂ ਦੀ ਹੈ। ਕਰਮਾਂ ਕਰਕੇ ਜੀ ਪਰਮਾਤਮਾ ਤੋਂ ਵਿਛੜਦਾ ਹੈ, ਤੇ ਕਰਮਾਂ ਕਰਕੇ ਹੀ ਮਿਲਦਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਤੂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਜੀ ਪਰਮਾਤਮਾ ਤੋਂ ਵਿਛੜਦਾ ਹੀ ਕਰਮਾਂ ਕਰਕੇ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਖਦੇ ਨੇ, ਆਪੇ ਬੀਜ ਆਪੇ ਹੀ ਖਾਓ। ਇਹ ਮਨੁੱਖ ਜਿੱਦਾਂ ਦੇ ਕਰਮ ਕਰੇਗਾ, ਜਿੱਦਾਂ ਦਾ ਫਲ ਬੀਜੇਗਾ, ਉਹਨੂੰ ਆਪ ਹੀ ਚੁਗਣਾ ਪਵੇਗਾ। ਕਿਉਂਕਿ ਜਿਹੜਾ ਇਹ ਸਰੀਰ ਹੈ, ਇਹ ਕਰਮਾਂ ਦੀ ਖੇਤੀ ਹੈ। ਖੇਤ ਸਰੀਰ ਜੋ ਬੀਜੀਏ, ਸੋ ਅੰਤ ਖਲੋਆ ਆਏ। ਵੀ ਇਸ ਸਰੀਰ ਰੂਪੀ ਖੇਤ ਦੇ ਵਿੱਚ ਮਨੁੱਖ ਜਿੱਦਾਂ ਦਾ ਬੀਜ ਬੀਜੇਗਾ, ਉਦਾਂ ਦਾ ਫਲ ਉਹਨੂੰ ਅੰਤ ਵਿੱਚ ਮਿਲੇਗਾ ਜ਼ਰੂਰ। ਜੈਸਾ ਬੀਜੈ ਸੋ ਲੂਣਾ, ਕਰਮਾ ਸੰਦੜਾ ਖੇਤ। ਇਹ ਤੇ ਕਰਮਾਂ ਦੀ ਖੇਤੀ ਹੈ, ਵੀ ਜਿੱਦਾਂ ਦਾ ਮਨੁੱਖ ਬੀਜ ਪਾਵੇਗਾ, ਫਲ ਉਦਾਂ ਦਾ ਹੀ ਮਿਲੇਗਾ। ਮਨੁੱਖੀ ਦੁਨੀਆ ਵਿੱਚ ਸਾਰੀ ਖੇਡ ਕਰਮਾਂ ਦੀ ਹੈ। ਕੀਤੇ ਹੋਏ ਕਰਮਾਂ ਤੋਂ ਸੰਸਕਾਰ ਬਣ ਜਾਂਦੇ ਨੇ, ਸੰਸਕਾਰਾਂ ਤੋਂ ਸੁਭਾਅ ਬਣ ਜਾਂਦਾ ਹੈ, ਤੇ ਸੁਭਾਅ ਤੋਂ ਪ੍ਰਾਲਬਧ ਬਣਦੀ ਹੈ, ਤੇ ਪ੍ਰਾਲਬਧ ਹੀ ਸੁੱਖ ਤੇ ਦੁੱਖ ਨੂੰ ਜਨਮ ਦਿੰਦੀ ਹੈ। ਇਹ ਸੁੱਖ ਤੇ ਦੁੱਖ ਦੀ ਜਿਹੜੀ ਸ਼੍ਰਿੰਖਲਾ ਹੈ, ਇਹ ਕਰਮਾਂ ਕਰਕੇ ਹੀ ਹੈ। ਇਸ ਕਰਕੇ ਇਹ ਜੀਵ, ਤੂੰ ਆਪਣੇ ਦੁੱਖ ਲਈ ਕਿਸੇ ਦੂਜੇ ਨੂੰ ਦੋਸ਼ੀ ਨਾ ਠਹਿਰਾਈ, ਤੇ ਆਪਣੇ ਸੁੱਖ ਲਈ ਕਿਸੇ ਦੂਜੇ ਦੀ ਝੂਠੀ ਉਪਮਾ ਨਾ ਕਰੀ, ਕਿਉਂਕਿ ਇਹ ਖੇਡ ਤੇਰੇ ਕਰਮਾਂ ਦੀ ਹੈ। ਸਾਹਿਬ ਫਰਮਾਨ ਕਰਦੇ ਨੇ, ਦੱਦੇ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਵੀ ਸਾਰੀ ਜਿਹੜੀ ਖੇਡ ਹੈ, ਉਹ ਕਰਮਾਂ ਦੀ ਹੈ। ਮਨੁੱਖ ਨੂੰ ਜੋ ਦੁੱਖ ਤਕਲੀਫ ਮਿਲਦੀ ਹੈ, ਉਹਦੇ ਕੀਤੇ ਹੋਏ ਕਰਮਾਂ ਕਰਕੇ ਮਿਲਦੀ ਹੈ। ਜੋ ਮੈਂ ਕੀਆ ਸੋ ਮੈਂ ਪਾਇਆ। ਜਿੱਦਾਂ ਦਾ ਮਨੁੱਖ ਕਰਦਾ ਹੈ, ਉਦਾਂ ਦਾ ਫਲ ਨੂੰ ਮਿਲਦਾ ਹੈ। ਕਿਸੇ ਦੂਜੇ ਨੂੰ ਦੋਸ਼ ਨਾ ਦਵੀਂ। ਅੱਗੇ ਸਾਹਿਬ ਫਰਮਾਨ ਕਰਦੇ ਨੇ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਜੀ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਸ ਪਰਮਾਤਮਾ ਦੀ ਯਾਦ ਹਿਰਦੇ ਦੇ ਵਿੱਚੋਂ ਨਿਕਲ ਜਾਂਦੀ ਹੈ, ਪ੍ਰਭੂ ਨੂੰ ਵਿਸਾਰ ਦਿੰਦਾ ਹੈ, ਉਦੋਂ ਹੀ ਰੋਗ ਵਿਆਪਦੇ ਨੇ, ਰੋਗਾਂ ਦਾ ਜਨਮ ਹੁੰਦਾ ਹੈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪਰਮਾਤਮਾ ਭੁੱਲ ਜਾਵੇ,
ਉਦੋਂ ਹੀ ਦੁੱਖ ਲੱਗਦਾ ਹੈ। ਤੇ ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਵੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਜਦੋਂ ਜੀਵ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਉਸ ਵਾਹਿਗੁਰੂ ਤੋਂ ਵੇਮੁਖ ਹੋ ਜਾਂਦਾ ਹੈ, ਉਦੋਂ ਹੀ ਜਨਮਾਂ ਜਨਮਾਂ ਦਾ ਵਿਛੋੜਾ ਪੈਂਦਾ ਹੈ, ਵਿਜੋਗ ਪੈਂਦਾ ਹੈ। ਗੁਰੂ ਸਾਹਿਬ ਫਰਮਾਨ ਕਰਦੇ ਨੇ, ਜੇ ਮਨੁੱਖ ਇੱਕ ਖਿਣ ਵੀ ਪਰਮਾਤਮਾ ਨੂੰ ਭੁੱਲ ਜਾਵੇ ਤਾਂ ਸਮਝੋ 50 ਸਾਲ ਪਰਮਾਤਮਾ ਨੂੰ ਭੁਲਾ ਦਿੱਤਾ। ਇੱਕ ਖਿਣ ਵਿਸਰੈ ਤੂੰ ਸੁਆਮੀ, ਜਾਣੋ ਬਰਸ 85। ਜੇ ਅਸੀਂ ਇੱਕ ਖਿਣ ਵੀ, ਇੱਕ ਪਲ ਵੀ ਪਰਮਾਤਮਾ ਨੂੰ ਭੁਲਾ ਦਈਏ ਤਾਂ ਸਮਝੋ 50 ਸਾਲ ਦਾ ਵਿਛੋੜਾ ਪੈ ਗਿਆ। ਇਸ ਕਰਕੇ ਗੁਰੂ ਸਾਹਿਬ ਆਖਦੇ ਨੇ, ਜਦੋਂ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਦੋਂ ਹੀ ਵਿਛੋੜਾ ਪੈਂਦਾ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਖਿਨ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ। ਜਦੋਂ ਮਨੁੱਖ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਉਦੋਂ ਜਿੰਨੇ ਵੀ ਮਾਇਕੀ ਭੋਗ ਨੇ, ਜਿਨ੍ਹਾਂ ਕੋਲੋਂ ਜੀਵ ਸੁਖ ਪ੍ਰਾਪਤ ਕਰ ਰਿਹਾ ਹੈ, ਰਸ ਪ੍ਰਾਪਤ ਕਰ ਰਿਹਾ, ਆਨੰਦ ਮਾਣ ਰਿਹਾ ਹੈ, ਅਚਾਨਕ ਹੀ ਕੌੜੇ ਪ੍ਰਤੀਤ ਹੋਣ ਲੱਗ ਪੈਂਦੇ ਨੇ, ਕੌੜੇ ਜਾਪਦੇ ਨੇ। ਕਿਉਂਕਿ ਰਸਾਂ ਵਿੱਚ ਲੀਨ ਹੋਇਆ ਜੀਵ ਸਰੀਰਕ ਤਲ ਤੇ ਰੋਗੀ ਹੋ ਜਾਂਦਾ ਹੈ, ਮਾਨਸਿਕ ਤਲ ਤੇ ਬੇਚੈਨ ਹੋ ਜਾਂਦਾ ਹੈ। ਤੇ ਜਿਹੜਾ ਸਰੀਰਕ ਤੇ ਮਾਨਸਿਕ ਤਲ ਤੇ ਰੋਗੀ ਹੈ, ਉਸ ਜੀਵ ਵਾਸਤੇ ਇਹ ਸੁੱਖ ਕੋਈ ਮਾਇਨੇ ਨਹੀਂ ਰੱਖਦੇ। ਉਸ ਨੂੰ ਸਾਰੇ ਦੇ ਸਾਰੇ ਜਿਹੜੇ ਸੁੱਖ ਨੇ, ਰਸ ਨੇ, ਕੋੜੇ ਲੱਗਣ ਲੱਗ ਜਾਂਦੇ ਨੇ। ਅੱਗੇ ਸਾਹਿਬ ਫਰਮਾਨ ਕਰਦੇ ਨੇ, ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੈ ਰੋਜ਼। ਜਦੋਂ ਜੀਵ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਉਦੋਂ ਫਿਰ ਕੋਈ ਵਿਚੋਲਾ ਨਹੀਂ ਬਣਦਾ। ਹੁਣ ਵਿਚੋਲਾ ਕੌਣ ਬਣੇ ਦੁੱਖਾਂ ਨੂੰ ਮਿਟਾਉਣ ਵਾਸਤੇ? ਭਾਵ ਕੋਈ ਵਿਚੋਲਾ ਨਹੀਂ, ਕੋਈ ਮਦਦਗਾਰ ਨਹੀਂ। ਆਪਣਾ ਕੀਤਾ ਆਪ ਹੀ ਭੋਗਣਾ ਪਵੇਗਾ। ਸੁੱਖ ਵਿੱਚ ਤਾਂ ਸਾਰੇ ਸਾਥ ਦਿੰਦੇ ਨੇ, ਪਰ ਦੁੱਖ ਕੋਈ ਨਹੀਂ ਬਣਦਾ। ਦੁੱਖ ਵਿੱਚ ਕੋਈ ਮਦਦਗਾਰ ਨਹੀਂ ਹੁੰਦਾ। ਇਸ ਕਰਕੇ ਜੀਵ ਨੂੰ ਆਪਣਾ ਕੀਤਾ ਆਪ ਹੀ ਭੋਗਣਾ ਪਵੇਗਾ। ਹੁਣ ਕਿੱਥੇ ਜਾ ਕੇ ਹਰ ਰੋਜ਼ ਰੋਵੇ? ਕਿਉਂਕਿ ਜਿਹੜਾ ਜੀਵ ਮਾੜੇ ਕਰਮ ਕਰਦਾ ਹੈ, ਉਹ ਹਰ ਰੋਜ਼ ਜੰਮਦਾ ਤੇ ਹਰ ਰੋਜ਼ ਮਰਦਾ। ਹੁਣ ਹਰ ਰੋਜ਼ ਜਾ ਕੇ ਕਿਹਦੇ ਕੋਲ ਜਾ ਕੇ ਰੋਵੇ? ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਕੀਤਾ ਕਿਛੁ ਨਾ ਹੋਵੇ ਲਿਖਿਆ ਤੁਰ ਸੰਜੋਗ। ਵੀ ਕੀਤੇ ਹੋਏ ਕਰਮ ਕਰਕੇ ਜਿਸ ਜਿਸ ਰੋਗ ਦਾ ਸੰਜੋਗ ਪਰਮਾਤਮਾ ਨੇ ਲਿਖ ਦਿੱਤਾ ਹੈ, ਉਹ ਮਿਟ ਨਹੀਂ ਸਕਦਾ। ਹੁਣ ਮਨੁੱਖ ਕੁਝ ਨਹੀਂ ਕਰ ਸਕਦਾ। ਹੁਣ ਤੇ ਜਿੱਦਾਂ ਦੇ ਉਸਨੇ ਕਰਮ ਕੀਤੇ ਨੇ, ਉਹਨਾਂ ਦਾ ਫਲ ਭੋਗਣਾ ਪਵੇਗਾ ਤੇ ਪਛਤਾਣਾ ਪਵੇਗਾ। ਇਸ ਤੋਂ ਇਲਾਵਾ ਮਨੁੱਖ ਕੁਝ ਵੀ ਨਹੀਂ ਕਰ ਸਕਦਾ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਕਿਤੇ ਭਾਗਾਂ ਦੇ ਨਾਲ ਪ੍ਰਭੂ ਦਾ ਮਿਲਾਪ ਨਸੀਬ ਹੋ ਜਾਵੇ, ਉਸ ਦਾ ਚਿੰਤਨ ਅੰਦਰ ਚੱਲ ਪਵੇ, ਉਸ ਦੀ ਯਾਦ ਆ ਜਾਵੇ, ਤਾਂ ਜਿਹੜੇ ਇਹ ਰੋਗ ਨੇ, ਇਹ ਵਿਛੋੜਾ ਹੈ, ਇਹ ਦੂਰ ਹੋ ਜਾਂਦਾ ਹੈ। ਤਾਂ ਉਤਰੈ ਸਭ ਵਿਯੋਗ। ਫੇਰ ਇਹ ਵਿਛੋੜਾ ਖਤਮ ਹੋ ਸਕਦਾ ਹੈ ਜਦੋਂ ਪਰਮਾਤਮਾ ਦਾ ਚਿੰਤਨ ਅੰਦਰ ਚੱਲ ਪਵੇ, ਉਸ ਦੀ ਯਾਦ ਹਿਰਦੇ ਦੇ ਵਿੱਚ ਟਿਕ ਜਾਵੇ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਹਿਬ ਬੰਦੀ ਮੋਚ। ਕੱਤਕ ਦੇ ਮਹੀਨੇ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਨੇ ਕਿ ਇੰਝ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਮੇਰੇ ਮਾਲਕ, ਹੇ ਬੰਧਨਾਂ ਦੇ ਤੋੜਨ ਵਾਲੇ, ਮੇਰੇ ਤੇ ਕਿਰਪਾ ਕਰ, ਮੈਨੂੰ ਰੱਖ ਲੈ। ਅੱਗੇ ਸਾਹਿਬ ਬਖਸ਼ਿਸ਼ ਕਰਦੇ ਨੇ, ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਚ। ਜੇ ਅਰਦਾਸ ਕਰਦਿਆਂ ਕੱਤਕ ਦੇ ਮਹੀਨੇ ਦੇ ਵਿੱਚ ਸਾਧ ਸੰਗ ਨਸੀਬ ਹੋ ਜਾਵੇ, ਪ੍ਰਭੂ ਮਿਲਾਪ ਹੋ ਜਾਵੇ, ਤਾਂ ਸਾਰੀਆਂ ਵਿਅਰਥ ਦੀਆਂ ਜਿਹੜੀਆਂ ਚਿੰਤਾਵਾਂ ਨੇ, ਸੋਚਾਂ ਨੇ, ਉਹ ਮਿਟ ਜਾਂਦੀਆਂ ਨੇ। ਆਨੰਦ ਤੇ ਖੁਸ਼ੀਆਂ ਝੋਲੀ ਵਿੱਚ ਆਣ ਵਿਚਰਦੀਆਂ ਨੇ। ਮਨੁੱਖ ਆਨੰਦ ਮਾਣਦਾ ਹੈ।